ਜਿਹੜੇ ਬੱਚੇ ਨਵੇਂ ਆ ਰਹੇ ਨੇ ਉਹਨਾਂ ਨੂੰ ਹੋਰ ਮੁਸ਼ਕਲ ਦਾ ਉਹ ਜਿਹੜੀਆਂ ਮੁਸ਼ਕਲ ਦਾ ਨਾ ਉਹਨਾਂ ਲਈ ਹੁਣ ਆਉਣ ਨੂੰ ਤਾਂ ਉੱਥੇ ਤਿਆਰ ਬੈਠੇ ਆ ਉਹ ਮੁਸ਼ਕਲ ਜਿਹੜੀਆਂ ਆਉਣੀਆਂ ਨਾ ਉਹਨਾਂ ਲਈ ਵੀ ਜਿਹੜਾ ਨਾ ਵਿਚਾਰ ਕਰਨੀ ਪੈਣੀ ਕਿਉਂਕਿ ਕੱਲ੍ਹ ਮੈਂ ਇੱਕ ਵੀਡੀਓ ਦੇਖਦਾ ਸੀ ਉੱਧਰੋਂ ਟੋਰਾਂਟੋ ਵਾਲੀ ਸਾਈਡ ਤੇ ਥੋੜ੍ਹੀ ਜਿਹੀ ਜ਼ਿਆਦਾ ਸਿਚੁਏਸ਼ਨ ਹੈ ਇੱਧਰ ਤਾਂ ਇੱਧਰ ਵੀ ਹੋ ਜਾਣੀ ਹੈ ਉਹ ਜਿਹੜਾ ਅੱਗੇ ਸੀਗਾ ਨਾ ਵੀ ਆਮ ਨੌਕਰੀ ਕੰਮ ਮਿਲ ਜਾਂਦਾ ਸੀ ਉਹ ਹੁਣ ਮੈਨੂੰ ਲੱਗਦਾ ਵੀ ਉਹ ਤੇ ਥੋੜ੍ਹੀ ਜਿਹੀ ਉਹ ਘੱਟ ਜਾਣਾ ਹੁਣ ਮੇਰੇ ਕੋਲ ਇੱਕ ਘਰ ਆ ਉੱਥੇ ਉਹ ਬੱਚੇ ਰਹਿੰਦੇ ਆ ਉਹ ਜਿਹੜਾ ਲੜਕਾ ਆ ਨਾ ਉਹ ਰਾਤ ਨੂੰ ਕੰਮ ਕਰਦਾ ਉਹਨੂੰ ਕਾਰ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਆ ਮੈਂ ਉਹਨੂੰ ਕਿਹਾ ਤੂੰ ਆਹ ਜਿਹੜਾ ਮੇਰਾ ਥਾਂ ਆ ਇਹਦੇ 'ਚ ਇਸ ਸਾਈਡ 'ਤੇ ਤੂੰ ਜਦ ਮਰਜੀ ਦਿਨ ਨੂੰ ਰਾਤ ਨੂੰ ਜਦ ਮਰਜੀ ਜਾਂਦੇ ਉਹ ਫਿਰ ਮੈਂ ਉਹਨਾਂ ਆਪਣੀਆਂ ਪੁਰਾਣੀਆਂ ਸੁਣਾਈਆਂ ਤੇ ਮੈਂ ਵੀ ਤੁਹਾਡੇ ਵਾਂਗੂ ਆਇਆ ਸੀ ਜਦੋਂ ਹੁਣ ਸਾਡੇ ਘਰ ਦੇ ਕੋਲ ਬੱਸ ਸਟੈਂਡ ਹੈ ਉੱਥੋਂ ਬੱਚੇ ਆਉਂਦੇ ਆ ਬੱਸ ਤੋਂ ਉੱਤਰ ਕੇ ਮੈਂ ਉਹਨਾਂ ਦੀ ਫੇਸ ਦੇਖਦਾ ਉਹ ਤੁਹਾਡੇ ਨਾਲ ਗੱਲ ਹੀ ਨਹੀਂ ਕਰ ਮੈਂ ਹੁਣ ਇੱਕ ਦਿਨ ਉਹਨੂੰ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਸਾਡੇ ਨਾਲ ਮੇਰੇ ਵਰਗੇ ਬੰਦੇ ਨਾਲ ਤਾਂ ਗੱਲ ਕਰ ਲਿਆ ਕਰੋ ਤੇ ਮੈਂ ਤੁਹਾਨੂੰ ਹੈਲੋ ਕਰਦਾ ਤੁਸੀਂ ਉਹਨੂੰ ਐਵੇਂ ਵੀ ਨਹੀਂ ਦੇਖਦੇ ਉਹ ਕਹਿੰਦਾ ਵੀ ਅੰਕਲ ਸਿਚੁਏਸ਼ਨ ਇਹ ਆ ਵੀ ਸਾਨੂੰ ਉਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਵੀ ਕੌਣ ਸਾਡਾ ਹਾਮੀ ਆ ਕੌਣ ਸਾਡੀ ਗੱਲ ਸੁਣਨੇ ਨੂੰ ਤਿਆਰ ਹੈ ਜਿਹੜਾ ਸਾਡੇ ਤੋਂ ਇੱਕ ਬਹੁਤ ਬੜਾ ਐਲੀਮੈਂਟ ਆ ਜਿਹੜਾ ਇਹਨਾਂ ਬੱਚਿਆਂ ਤੇ ਥੋਪਦਾ ਵੀ ਆ ਜਿਹੜਾ ਹੁੰਦਾ ਨਾ ਵੀ ਰੌਲਾ ਪਾ ਲਿਆ ਹੁਣ ਕਾਰਾਂ ਮਿਠਾਈ ਵੱਡੇ ਉਹ ਤਾਂ 4-5% ਜਿਹੜੇ ਕਰ ਲੈ ਸਕਦੇ ਬਾਕੀ ਦੇ 90% ਤਾਂ ਨਾਮ ਸਾਰਿਆਂ ਨੂੰ ਕਰਨਾ ਨਾਮ ਸਾਰਿਆਂ ਦਾ ਬੱਚੇ ਨੂੰ ਰਿਸ਼ਤਾ ਚਾਹੀਦਾ ਇਹ ਡਾਲਰਾਂ ਦੀ ਦੌੜ ਵਿੱਚ ਰਿਸ਼ਤੇ ਜਿਹੜੇ ਆ ਉਹ ਅਸੀਂ ਖਤਮ ਕਰਤੇ ਇੰਡੋ ਕੈਨੇਡੀਅਨ ਵਰਕਰ ਐਸੋਸੀਏਸ਼ਨ ਕੈਨੇਡਾ ਵੱਲੋਂ ਅੱਜ ਇੱਕ ਸਮਾਗਮ ਕੀਤਾ ਗਿਆ ਜਿਹਦੇ ਵਿੱਚ ਡਰੱਗ ਦੇ ਹੋਰ ਕਈ ਮੁੱਦੇ ਸੀ ਪਰ ਉਹਦੇ ਵਿੱਚ ਇੱਕ ਇਹ ਵੀ ਗੱਲ ਉੱਠੀ ਵੀ ਜਿਹੜੇ ਕੈਨੇਡਾ ਪੰਜਾਬ ਤੋਂ ਸਾਡੇ ਮੁੰਡੇ ਕੁੜੀਆਂ ਆਉਂਦੇ ਨੇ ਔਰ ਜਿਨ੍ਹਾਂ ਨੂੰ ਬਹੁਤ ਵੱਡੇ ਪੱਧਰ ਜੌਬ ਦੀ ਤੇ ਕਈ ਤਰ੍ਹਾਂ ਦੀ ਮਹਿੰਗਾਈ ਦੀ ਸਮੱਸਿਆ ਆ ਰਹੀ ਹੈ ਉਹਦੇ ਬਾਰੇ ਵੀ ਐਸੋਸੀਏਸ਼ਨ ਪੁੱਛ ਰਹੀ ਉਹਦੇ ਸੰਬੰਧ ਵਿੱਚ ਸੰਘਾ ਸਾਹਿਬ ਸਾਡੇ ਨਾਲ ਨੇ ਸੰਘਾ ਸਾਹਿਬ ਐਸੋਸੀਏਸ਼ਨ ਵੱਲੋਂ ਇਸ ਮੁੱਦੇ ਤੇ ਵੀ ਕੋਈ ਗੱਲ ਕੀਤੀ ਜਾ ਰਹੀ ਹੈ ਕੋਈ ਮਤਾ ਪਾਸ ਕੀਤਾ ਅਸੀਂ ਇਹ ਜਿਹੜਾ ਮਸਲਾ ਨਾ ਇਹਦੇ ਬਾਰੇ ਲਗਾਤਾਰ ਹੀ ਵਿਚਾਰ ਕਰਦੇ ਰਹਿੰਦੇ ਪਹਿਲੀ ਗੱਲ ਇਹ ਹੈ ਜਦੋਂ ਜਿਹੜੇ ਬੱਚੇ ਪੰਜਾਬ ਤੋਂ ਆਉਂਦੇ ਆ ਉਹਨਾਂ ਨੂੰ ਜਿਹੜੀ ਇੱਥੇ ਦੀ ਧਰਾਤਲ ਸਿਚੁਏਸ਼ਨ ਉਹਦੇ ਬਾਰੇ ਪਤਾ ਨਹੀਂ ਹੁੰਦਾ ਤੇ ਮੈਂ ਜਦੋਂ ਇਮੀਗ੍ਰੈਂਟ ਆਇਆ ਮੈਨੂੰ ਵੀ ਨਹੀਂ ਪਤਾ ਮੈਂ ਤੇ ਅਸੀਂ ਉੱਥੇ ਜਾ ਕੇ ਬੜੇ ਹਾਲਾਤ ਬਹੁਤ ਵਧੀਆ ਇੱਥੇ ਇੱਦਾਂ ਦੇ ਵੀ ਪ੍ਰਬੰਧ ਕਰਨੇ ਚਾਹੀਦੇ ਵੀ ਜਿਹੜੇ ਬੱਚਿਆਂ ਨੇ ਇੱਥੇ ਆਉਣਾ ਉਹਨਾਂ ਨੂੰ ਇੱਥੇ ਦੇ ਹਾਲਾਤ ਬਾਰੇ ਨਾ ਜਾਣਕਾਰੀ ਹੋਣੀ ਚਾਹੀਦੀ ਦੂਜੀ ਗੱਲ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ 10+2 ਵਾਲੇ ਆ ਨਾ ਇਹਨਾਂ ਨੂੰ ਹਲੇ 19 ਲਾਈਫ ਵਾਲੇ ਕੱਚੇ ਹੁੰਦੇ ਆ ਤੇ ਇਹਨਾਂ ਨੂੰ ਸਮਝ ਨਹੀਂ ਹੁੰਦੀ ਇਹਦੇ ਲਈ ਕਈ ਗੱਲਾਂ ਹੈ ਵੀ ਇਹ ਜਿਹੜੇ ਮੁਲਕ ਆ ਇਹਨਾਂ ਨੂੰ ਜਿਹੜੇ ਘੱਟ ਉਮਰ ਵਾਲੇ ਨੂੰ ਕਿਉਂ ਮੰਗਾਉਂਦੇ ਆ ਇਹ ਤਾਂ ਇਹ ਆ ਵੀ ਇਹਨਾਂ ਦਾ ਮਤਲਬ ਪਰ ਪੰਜਾਬ ਦੀ ਪ੍ਰੋਬਲਮ ਇਹ ਹੈ ਇੱਕ ਪੰਜਾਬ ਦਾ ਮਾਂ ਜਾਂ ਪਿਓ ਜਿਹੜਾ ਆ ਜੇ ਆਪਣੇ ਬੱਚੇ ਨੂੰ ਡਿਗਰੀ ਕਰਕੇ ਇੱਥੇ ਭੇਜੇ 5 ਸਾਲ ਉਹ 5-7-10 ਲੱਖ ਰੁਪਏ ਖਰਚੂਗਾ ਫਿਰ ਇੱਥੇ ਭੇਜੂਗਾ ਇੱਥੇ ਆ ਕੇ ਉਹਨੂੰ ਦੁਬਾਰਾ ਉਹੀ ਪੜ੍ਹਾਈ ਦੁਬਾਰਾ ਕਰਨੀ ਪੈਂਦੀ ਕਿਉਂਕਿ ਇੰਡੀਆ ਵਾਲੀ ਤਾਂ ਕੰਮ ਆਉਂਦੀ ਨਹੀਂ ਜਿਸ ਕਰਕੇ ਇਹ ਸੋਚਿਆ ਵੀ 10+2 ਕਰਕੇ ਭੇਜ ਦਿੱਤੋ ਉੱਥੋਂ ਦੀ ਵੀ ਪ੍ਰੋਬਲਮ ਹੈ ਨਹੀਂ ਉਹ ਤਾਂ ਤੁਹਾਡੀ ਮੈਂ ਉਸ ਗੱਲ ਨਾਲ ਸਹਿਮਤ ਹਾਂ ਕਿਉਂਕਿ ਚਲੋ ਇਹ ਆਪਾਂ ਛੱਡ ਦਿੰਦੇ ਗੱਲ ਜਿਹੜੇ ਬੱਚੇ ਇੱਥੇ ਆਉਂਦੇ ਉਹਨਾਂ ਨੂੰ ਮੁਸ਼ਕਲਾਂ ਬਹੁਤ ਆਉਂਦੀਆਂ ਘੱਟ ਹੋਣ ਕਰਕੇ ਨਾ ਨੌਕਰੀਆਂ ਦੇ ਚਾਂਸ ਜ਼ਿਆਦਾ ਸੀ ਤੇ ਹੁਣ ਜਿਹੜੀ ਸਿਚੁਏਸ਼ਨ ਹੈ ਨਾ ਜਿੱਦਾਂ ਮੋਨੀਟਰੀ ਸਿਚੁਏਸ਼ਨ ਇਨਫਲੇਸ਼ਨ ਵਧਣ ਨਾਲ ਇਨਵੈਸਟਮੈਂਟ ਵਧਣ ਨਾਲ ਜੌਬਸ ਦੇ ਮੌਕੇ ਘਟਣ ਲੱਗ ਪਏ ਉਹਦੇ ਨਾਲ ਮੈਂ ਸਮਝਦਾ ਵੀ ਜਿਹੜੇ ਬੱਚੇ ਨਵੇਂ ਆ ਰਹੇ ਨੇ ਉਹਨਾਂ ਨੂੰ ਹੋਰ ਮੁਸ਼ਕਲ ਦਾ ਉਹ ਜਿਹੜੀਆਂ ਮੁਸ਼ਕਲ ਦਾ ਨਾ ਉਹਨਾਂ ਲਈ ਹੁਣ ਆਉਣ ਨੂੰ ਤਾਂ ਉੱਥੇ ਤਿਆਰ ਬੈਠੇ ਆ ਉਹ ਮੁਸ਼ਕਲ ਜਿਹੜੀਆਂ ਆਉਣੀਆਂ ਨਾ ਉਹਨਾਂ ਲਈ ਵੀ ਜਿਹੜਾ ਨਾ ਵਿਚਾਰ ਕਰਨੀ ਪੈਣੀ ਕਿਉਂਕਿ ਕੱਲ੍ਹ ਮੈਂ ਇੱਕ ਵੀਡੀਓ ਦੇਖਦਾ ਸੀ ਉੱਧਰੋਂ ਟੋਰਾਂਟੋ ਵਾਲੀ ਸਾਈਡ ਤੇ ਥੋੜ੍ਹੀ ਜਿਹੀ ਜ਼ਿਆਦਾ ਸਿਚੁਏਸ਼ਨ ਹੈ ਇੱਧਰ ਤਾਂ ਇੱਧਰ ਵੀ ਹੋ ਜਾਣੀ ਹੈ ਉਹ ਜਿਹੜਾ ਅੱਗੇ ਸੀਗਾ ਨਾ ਵੀ ਆਮ ਨੌਕਰੀ ਕੰਮ ਮਿਲ ਜਾਂਦਾ ਸੀ ਉਹ ਹੁਣ ਮੈਨੂੰ ਲੱਗਦਾ ਵੀ ਉਹ ਤੇ ਥੋੜ੍ਹੀ ਜਿਹੀ ਉਹ ਘੱਟ ਜਾਣਾ ਪਰ ਇਹ ਆ ਵੀ ਜਿਹੜੀ ਇੱਥੇ ਸਾਡੀ ਕਮਿਊਨਿਟੀ ਆ ਉਹਨਾਂ ਨੂੰ ਇਹ ਚਾਹੀਦਾ ਵੀ ਇੰਡੀਵਿਜੂਅਲ ਜਾਂ ਜਿਹੜੀਆਂ ਬੜੀਆਂ ਸੰਸਥਾਵਾਂ ਜਿਹੜਾ ਇਹਨਾਂ ਸਾਰਿਆਂ ਨੂੰ ਇਹਨਾਂ ਬੱਚਿਆਂ
ਦੀ ਇਮੋਸ਼ਨਲ ਹੈਲਪ ਲਈ ਉਹਨਾਂ ਦੀ ਜੇ ਕੋਈ ਫਾਈਨੈਂਸ ਦੀ ਪ੍ਰੋਬਲਮ ਆਉਂਦੀ ਹੈ ਕੰਮ ਨਹੀਂ ਆਉਂਦੀ ਆ ਉਹਨਾਂ ਚੋਂ ਸਾਡੀ ਕਮੇਟੀ ਨੂੰ ਉਹਨਾਂ ਦੀ ਮਦਦ ਕਰਨੀ। ਮੇਰਾ ਸਵਾਲ ਇਹ ਸੀ ਜਿਵੇਂ ਇੱਥੇ ਇੱਕ ਗੁਰੂ ਨਾਨਕ ਫੂਡ ਬੈਂਕ ਚੱਲ ਰਿਹਾ, ਬਹੁਤ ਵਧੀਆ ਕੰਮ ਕਰ ਰਿਹਾ। ਉਹ ਫੂਡ ਬੈਂਕ ਜਿਹੜਾ ਆ ਉਹ ਜੇ ਕੋਈ ਬੱਚਾ ਇਹ ਕਹਿੰਦਾ ਮੇਰੇ ਕੋਲ ਰਾਸ਼ਨ ਦੇ ਪੈਸੇ ਨਹੀਂ, ਮੇਰੇ ਕੋਲ ਬੈੱਡ ਨਹੀਂ ਗੇ, ਤੇ ਉਹ ਉਹਨਾਂ ਦਾ ਪ੍ਰਬੰਧ ਕਰਦੇ ਨੇ ਲਗਾਤਾਰ ਜਿੰਨਾ ਚਿਰ ਉਹਨਾਂ ਨੂੰ ਕੰਮ ਨਹੀਂ ਮਿਲਦਾ। ਸੋ ਤੁਹਾਡੀ ਐਸੋਸੀਏਸ਼ਨ ਇਹ ਨਹੀਂ ਵੀ ਤੁਸੀਂ ਫੰਡ ਇਕੱਠਾ ਕਰਕੇ ਦੇ ਸਕਦੇ ਜੇ, ਘੱਟੋ ਘੱਟ ਜਿਹੜੇ ਬੱਚੇ ਇੱਥੇ ਆਉਂਦੇ ਆ ਉਹਨਾਂ ਨੂੰ ਜੌਬ ਲੱਭਣ 'ਚ ਜਾਂ ਉਹਨਾਂ ਨੂੰ ਗਾਈਡ ਕਰਨ 'ਚ, ਜਾਂ ਜਦੋਂ ਕਿਤੇ ਉਹ ਟਰੌਮਾ 'ਚ ਚੱਲ ਜਾਂਦੇ, ਮਾਨਸਿਕ ਤਣਾਅ 'ਚ ਚੱਲ ਜਾਂਦੇ ਨੇ, ਉਹਨਾਂ ਨੂੰ ਕੋਈ ਸੇਧ ਦੇਣ ਵਾਲੀ ਗੱਲ ਉਹਦੇ ਲਈ ਨਾ ਹੁੰਦੀ ਆ। ਮੈਂ ਹੁਣ ਆਪਣੀ ਸਮਝਦਾ ਇੰਡੀਵਿਜੂਅਲੀ ਐਫਰਟ ਬਹੁਤ। ਹੁਣ ਮੇਰੇ ਕੋਲ ਇੱਕ ਘਰ ਆ, ਉੱਥੇ ਉਹ ਬੱਚੇ ਰਹਿੰਦੇ ਆ, ਉਹ ਜਿਹੜਾ ਲੜਕਾ ਆ ਨਾ ਉਹ ਰਾਤ ਨੂੰ ਕੰਮ ਕਰਦਾ, ਉਹਨੂੰ ਕਾਰ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਆ। ਮੈਂ ਉਹਨੂੰ ਕਿਹਾ ਬੱਚਾ ਤੂੰ ਬੇਟਾ ਆਹ ਜਿਹੜਾ ਮੇਰਾ ਥਾਂ ਆ ਇਹਦੇ 'ਚ ਇਸ ਸਾਈਡ ਤੇ ਤੂੰ ਜਦ ਮਰਜੀ ਦਿਨ ਨੂੰ ਰਾਤ ਨੂੰ ਜਦ ਮਰਜੀ ਲੈ ਲੈ। ਉਹ ਫਿਰ ਮੈਂ ਉਹਨਾਂ ਆਪਣੀਆਂ ਪੁਰਾਣੀਆਂ ਸੁਣਾਈਆਂ ਕਿ ਮੈਂ ਵੀ ਤੁਹਾਡੇ ਵਾਂਗੂ ਆਇਆ ਸੀ, ਬੂਸਟ ਕੀਤਾ। ਹੁਣ ਅਸੀਂ ਇੱਕ ਬੰਦਾ ਸਾਡਾ ਆ ਪ੍ਰਸ਼ਾਦ ਦਾ ਫਰੈਂਡ ਹੈ ਜਿਹੜਾ ਹੁਣ ਬੋਲ ਕੇ ਗਿਆ, ਉਹ ਵੀ ਆਇਆ ਸੀ। ਉਹ ਮੈਂ ਸਾਡੀ ਮੀਟਿੰਗ 'ਚ ਬੈਠੇ ਨੇ, ਉਹਨੂੰ ਮੈਨੂੰ ਕਿਹਾ ਮੈਂ ਉਹਨੂੰ ਜਿੱਥੇ ਮੇਰੇ ਭਤੀਜੇ ਦਾ ਬਹੁਤ ਬੜਾ ਕੰਮ ਹੈ, ਮੈਂ ਉਹਨੂੰ ਉੱਥੇ ਜੋਬ ਤੇ ਲਵਾਤਾ। ਉਹ ਹੁਣ ਕੱਲ੍ਹ ਮੈਨੂੰ ਮਿਲਿਆ, ਬੜਾ ਅੱਜ ਉਹ ਆਇਆ ਨਹੀਂ, ਬੜਾ ਖੁਸ਼ ਸੀ। ਹੋਰ ਜਿੰਨੇ ਜਦੋਂ ਮੈਂ ਇਸ ਕੰਪਨੀ 'ਚ ਜਿਹੜੇ ਮੇਰੇ ਬ੍ਰਦਰ ਦੀ ਕੰਪਨੀ, ਮੈਂ ਉੱਥੇ ਲੇਬਰ ਦਾ ਇੰਚਾਰਜ ਸੀ। ਮੈਂ ਬਹੁਤ ਸਾਰੇ ਸਟੂਡੈਂਟ ਨੂੰ ਕੰਮ ਦਿੱਤਾ, ਉਹਨਾਂ ਨੂੰ ਮੈਂ ਕੋਲੋਂ ਬੂਟ ਦੇਣੇ, ਉਹਨਾਂ ਨੂੰ ਸੇਫਟੀ ਜੈਕਟਾਂ ਦੇਣੀਆਂ, ਫਿਰ ਉਹਨੂੰ ਇਨਕਰੇਜ ਕਰਨਾ, ਕਿਉਂਕਿ ਉਹਨਾਂ ਦਾ ਕੰਮ ਦਾ ਤਜਰਬਾ ਨਹੀਂ। ਤੁਸੀਂ ਇਹ ਗੱਲ ਕਹਿੰਦੇ ਜੀ, ਬੜੀ ਖੁਸ਼ੀ ਹੋ ਰਹੀ ਹੈ ਜਦੋਂ ਤੁਹਾਡੀ ਗੱਲ ਨੂੰ ਪੰਜਾਬ ਦੇ ਮਾਪੇ ਸੁਣਨਗੇ। ਪਰ ਇੱਕ ਇਹ ਵੀ ਗੱਲ ਸੁਣਨ 'ਚ ਮਿਲਦੀ ਆ, ਹੁਣੇ ਗਾਂਧੀ ਸਾਹਿਬ ਨੇ ਵੀ ਆਪਣੀ ਸਪੀਚ 'ਚ ਗੱਲ ਕਹੀ ਹੈ ਕਿ ਆਪਣੇ ਜਿਹੜੇ ਨੇ ਪੰਜਾਬੀ ਜਿਹੜੇ ਨੇ ਜਿਹੜੇ ਉਹਨਾਂ ਨੂੰ ਬੇਸਮੈਂਟਾਂ 'ਚ ਸਟੂਡੈਂਟਾਂ ਨੂੰ ਰੱਖਦੇ ਨੇ, ਉਹ ਖੁਦ ਹੀ ਇੱਕ ਤੇ ਕਿਰਾਏ ਬੜੇ ਵਧਾਤੇ ਆ, ਇੱਕ ਉਹਨਾਂ ਨੂੰ ਮਾੜਾ ਜਿਹਾ ਉੱਚੀ ਬੋਲਦੇ ਆ, ਉਹਨਾਂ ਦੀਆਂ ਬੰਦਸ਼ਾਂ ਇਦਾਂ ਦੀਆਂ ਲਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਉਹ ਸਮੱਸਿਆ ਤਾਂ ਹੈਗੀ। ਇਹਦੇ ਨਾਲ ਜੀ ਹੋਰ ਇੱਕ ਸਮੱਸਿਆ ਹੋਰ, ਉਹ ਜਿਹਦੇ ਬਾਰੇ ਲੋਕ ਗੱਲ ਨਹੀਂ ਕਰਦੇ, ਮੈਂ ਤਾਂ ਕਰ ਦੇਣੀ, ਕਿਉਂਕਿ ਸਾਡਾ ਆ ਜਿਹੜਾ ਨਾਂ ਹੈ ਨਾ ਆਪਣੇ ਜਿਹੜੇ ਇੰਪਲਾਇਰ ਆ, ਦੇਸੀ ਇੰਪਲਾਇਰ ਜਿਹੜੇ ਆ, ਉਹਨਾਂ ਤੋਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਉਹਨਾਂ ਚੋਂ ਬਹੁਤ ਸਾਰੇ ਕਈ ਲੋਕ ਇੱਦਾਂ ਦੇ ਜਿਹੜੇ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਨੂੰ ਪੈਸੇ ਨਹੀਂ ਪੂਰੇ ਦਿੰਦੇ, ਇਹਨਾਂ ਦਾ ਸ਼ੋਸ਼ਣ, ਹਰ ਤਰ੍ਹਾਂ ਦਾ ਸ਼ੋਸ਼ਣ ਕਰਦੇ। ਇਹ ਵਿਚਾਰੇ ਬੋਲਦੇ ਨਹੀਂ। ਇਹਨਾਂ ਨੂੰ ਮੈਂ ਦੇਖਿਆ ਕਈ ਵਾਰ ਜਦੋਂ ਹੁਣ ਸਾਡੇ ਘਰ ਦੇ ਕੋਲ ਬੱਸ ਸਟੈਂਡ ਹੈ, ਉੱਥੋਂ ਬੱਚੇ ਆਉਂਦੇ ਆ ਬੱਸ ਤੋਂ ਉੱਤਰ ਕੇ, ਮੈਂ ਉਹਨਾਂ ਦੇ ਫੇਸ ਦੇਖਦਾ, ਉਹ ਤੁਹਾਡੇ ਨਾਲ ਗੱਲੇ ਨਹੀਂ ਕਰ। ਮੈਂ ਹੁਣ ਇੱਕ ਦਿਨ ਉਹਨੂੰ ਮੁੰਡੇ ਨੂੰ ਪੁੱਛਿਆ, ਮੈਂ ਕਿਹਾ ਯਾਰ ਤੁਸੀਂ ਸਾਡੇ ਨਾਲ, ਮੇਰੇ ਵਰਗੇ ਬੰਦੇ ਨਾਲ ਤਾਂ ਗੱਲ ਕਰ ਲਿਆ ਕਰੋ, ਕਿ ਮੈਂ ਤੁਹਾਨੂੰ ਹੈਲੋ ਕਰਦਾ, ਤੁਸੀਂ ਉਹਨੂੰ ਐਵੇਂ ਨਹੀਂ ਦੇਖਦੇ। ਉਹ ਕਹਿੰਦਾ ਵੀ ਅੰਕਲ ਸਿਚੁਏਸ਼ਨ ਇਹ ਆ ਵੀ ਸਾਨੂੰ ਉਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਵੀ ਕੌਣ ਸਾਡਾ ਹਾਮੀ ਆ, ਕੌਣ ਸਾਡੀ ਗੱਲ ਸੁਣਨੇ ਨੂੰ ਤਿਆਰ ਹੈ। ਇਹ ਪਾੜਾ ਆ। ਜਦੋਂ ਮੈਂ ਆਇਆ ਸੀ, ਮੈਂ 72 ਚ ਆਇਆ, ਉਦੋਂ ਇੱਥੇ ਇੱਕ ਜਥੇਬੰਦੀ ਹੁੰਦੀ ਸੀ ਈਸਟ ਇੰਡੀਅਨ ਵੈਲਫੇਅਰ ਐਸੋਸੀਏਸ਼ਨ, ਪੁਰਾਣੇ ਬੰਦਿਆਂ ਦੀ। ਉਦੋਂ 7-8 ਹਜ਼ਾਰ ਬੰਦਾ ਸੀ ਇੱਥੇ। ਇੱਕ ਮੀਟਿੰਗ ਐਨੂਅਲ ਮੀਟਿੰਗ ਸੀ, ਉਹ 'ਚ ਅਸੀਂ ਵੀ ਚਲੇ ਗਏ। ਅਸੀਂ ਹੁਣ ਕਾਲਜ ਯੂਨੀਵਰਸਿਟੀ ਦੇ ਪੜ੍ਹਦੇ ਸਟੂਡੈਂਟ ਯੂਨੀਅਨ 'ਚੋਂ ਆਏ ਸੀ। ਸਾਡੇ 'ਚੋਂ ਜੋਸ਼ ਸੀ ਵੀ ਜੇ ਸਾਡੇ ਨਾਲ ਕੋਈ ਗਲਤ ਹੁੰਦਾ ਅਸੀਂ ਖੜਨਾ ਛੱਡ ਕੇ। ਉਹ ਜਿਹੜੇ ਲੋਕ ਸੀ ਪੁਰਾਣੇ, ਉਹਨੇ ਉਸ ਰੇਸਿਜ਼ਮ ਨੂੰ ਸਵੀਕਾਰ ਕਰ ਲਿਆ ਸੀ। ਮੈਂ ਇਹ ਨਹੀਂ ਕਹਿੰਦਾ ਕਿ ਕਲਚਰ ਸੰਭਾਲਿਆ ਸੀ, ਪਰ ਉਹਨੇ ਉਹ ਦੇਖਿਆ ਵੀ ਇੰਨਾ ਕੁ ਤਾਂ ਹੋਣਾ ਹੀ। ਉਸ ਮੀਟਿੰਗ ਦੇ ਵਿੱਚ ਇੱਕ ਜ਼ਿੰਮੇਵਾਰ ਬੰਦੇ ਨੇ ਸਾਰਾ ਦੋਸ਼ ਸਾਡੇ ਤੇ ਲਾਇਆ ਕਿ ਜਿਹੜਾ ਇੱਥੇ ਲੜਾਈ ਝਗੜਾ ਹੁੰਦਾ ਗੋਰਿਆਂ ਨਾਲ, ਰੇਸਿਜ਼ਮ ਦੇ ਨਾਲ, ਇਹਨਾਂ ਲੋਕਾਂ ਦਾ ਹੁਣ ਵੀ ਜਿਹੜੇ ਸਾਡੇ ਤੇ ਇੱਕ ਬਹੁਤ ਬੜਾ ਐਲੀਮੈਂਟ ਆ ਜਿਹੜਾ ਇਹਨਾਂ ਬੱਚਿਆਂ ਤੇ ਥੋਪਦਾ ਵੀ ਆਹ ਜਿਹੜਾ ਹੁੰਦਾ ਨਾ ਵੀ ਰੌਲਾ ਪਾ ਲਿਆ, ਹੁਣ ਕਾਰਾਂ ਲਟਾਈ ਫਿਰਦੇ, ਉਹ ਤਾਂ 4-5% ਜਿਹੜੇ ਕਰ ਲੈ ਸਕਦੇ, ਬਾਕੀ ਦੇ 90% ਤਾਂ ਨਾਮ ਸਾਰਿਆਂ ਨੂੰ ਕਰਨਾ, ਨਾਮ ਸਾਰਿਆਂ ਦਾ। ਉਹ ਸਾਡੀ ਕਮਿਊਨਿਟੀ ਚੋਂ ਵੀ ਉਹ ਇੱਕ ਬੜਾ ਹਿੱਸਾ ਹੈ ਜਿਹੜਾ ਇਹਨਾਂ ਨੂੰ ਹੀ ਦੋਸ਼ ਦਿੰਦਾ। ਇਹ ਹੁੰਦਾ ਹੀ ਆਲਵੇਜ਼, ਕਿਉਂਕਿ ਕਲਾਸ ਬਦਲ ਗਈ। ਪਰ ਮੈਂ ਜਿੱਦਾਂ ਤੁਸੀਂ ਮੈਨੂੰ ਸਵਾਲ ਪੁੱਛਿਆ ਨਾ ਕਿ ਬੱਚਿਆਂ ਦੀ ਜਿਹੜੀ ਹੈਗੀ ਆ, ਇਹਨਾਂ ਲਈ ਜੇ ਤੁਸੀਂ ਇੱਕ, ਮੈਂ ਕਹਿੰਦਾ ਇੱਕ ਇੰਨਾ ਕੁ ਵੀ ਕਦਮ ਚੱਕ ਦਿਓ, ਇੱਕ ਬੱਚੇ ਨੂੰ ਵੀ ਬੂਸਟ ਕਰ ਦਿਓ, ਉਹ ਵੀ ਸਾਡੀ ਨਾਲ ਇੱਕ ਹਿਊਮਨ ਮਨੁੱਖ
ਇਨਸਾਨ ਹੋਣ ਦੇ ਨਾਤੇ ਸਾਡੀ ਉਹ ਜ਼ਿੰਮੇਵਾਰੀ ਬਣਦੀ ਹੈ। ਫਿਰ ਐਸੋਸੀਏਸ਼ਨ ਵੱਲੋਂ ਤੁਸੀਂ ਮਤਾ ਪਾਸ ਕੀਤਾ, ਕੀ ਵਿਚਾਰ ਕਰੋ ਅਸੀਂ ਇਹਦੇ ਲਈ- ਜਿਹੜੇ ਬੱਚੇ ਆ ਰਹੇ ਨੇ ਪੰਜਾਬ 'ਚ? ਕਿਉਂਕਿ ਸਾਡੀ ਜਦੋਂ ਪਿਛਲੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਉਹਦੇ ਵੀ ਵਿਚਾਰ ਹੋਏ ਸੀ ਕਿ ਸਾਨੂੰ ਆਪਣੇ ਵੱਲੋਂ ਇਸ ਕੰਮ 'ਚ ਨਾ ਅਸੀਂ ਜੋ ਕੁਝ ਕਰ ਸਕਦੇ ਇੰਡੀਵਿਜੂਅਲੀ ਤਾਂ ਸਾਰੇ ਕਰਦੇ ਆ, ਸਾਰੇ ਲੋਕ ਜਿਹੜੇ ਲੋਕ ਹਿੱਤੂ ਵਿਚਾਰਾਂ ਵਾਲੇ ਲੋਕ ਆ, ਪਰ ਇਹਦੇ ਲਈ ਅਸੀਂ ਜਥੇਬੰਦਕ ਤੌਰ ਤੇ ਕੀ ਕਰ ਸਕਦੇ ਆ, ਇਹ ਹੁਣ ਜਿਹੜੀ ਅਗਲੀ ਮੀਟਿੰਗ ਹੈ ਉਹਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖਣੇ ਆ। ਦਾ ਸਮਰ ਨਿਊਜ਼ ਚੈਨਲ ਵੱਲੋਂ ਇੱਥੇ ਵੱਖ-ਵੱਖ ਸੰਸਥਾਵਾਂ ਨਾਲ ਮੁਲਾਕਾਤ ਕਰਕੇ ਇਹ ਅਪੀਲ ਦਲੀਲ ਕੀਤੀ ਜਾ ਰਹੀ ਹੈ ਵੀ ਘੱਟੋ ਘੱਟ ਉਹ ਪੰਜਾਬ ਦੇ ਮਾਪੇ ਜਿਹੜੇ ਮਜਬੂਰੀ 'ਚ ਆਪਣੇ ਬੱਚਿਆਂ ਨੂੰ, ਧੀਆਂ ਪੁੱਤਾਂ ਨੂੰ ਇੱਥੇ ਭੇਜਦੇ ਨੇ ਔਰ ਇੱਥੇ ਆ ਕੇ ਉਹ ਜੌਬ ਦੀ ਅਣਹੋਂਦ ਕਰਕੇ, ਮਹਿੰਗਾਈ ਕਰਕੇ, ਬੇਸਮੈਂਟਾਂ ਮਹਿੰਗੀਆਂ ਹੋਣ ਕਰਕੇ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ। ਉਸ ਲੜੀ ਤਹਿਤ ਜਿਵੇਂ ਪਹਿਲੋਂ ਕਈ ਸੰਸਥਾਵਾਂ ਨੇ ਇਹ ਵਾਅਦੇ ਕੀਤੇ ਨੇ, ਇਹ ਐਲਾਨ ਕੀਤੇ ਨੇ, ਫੈਸਲੇ ਲਏ ਨੇ ਵੀ ਜਿਹੜੇ ਪੰਜਾਬ ਚੋਂ ਬੱਚੇ ਆਉਂਦੇ ਨੇ ਉਹਨਾਂ ਨੂੰ ਉਹ ਮਾਪਿਆਂ ਦੇ ਨਿੱਘ ਦੇਣਗੇ ਔਰ ਇੱਥੇ ਆਪਣੀ ਹਿੱਕ ਨਾਲ ਲਾ ਕੇ ਰੱਖਾਂਗੇ। ਇਸੇ ਤਰ੍ਹਾਂ ਇੰਡੋ ਕੈਨੇਡੀਅਨ ਐਸੋਸੀਏਸ਼ਨ ਵਰਕਰ ਐਸੋਸੀਏਸ਼ਨ ਜਿਹੜੀ ਉਹਨੇ ਵੀ ਅੱਜ ਫੈਸਲਾ ਕੀਤਾ ਵੀ ਇਸ ਮੁੱਦੇ ਉੱਪਰ ਜਲਦੀ ਮੀਟਿੰਗ ਕਰਕੇ ਔਰ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ ਵੀ ਜਿਹੜੇ ਪੰਜਾਬ ਤੋਂ ਸਾਡੇ ਬੱਚੇ ਆਉਂਦੇ ਨੇ ਉਹਨਾਂ ਨੂੰ ਕਿੱਦਾਂ ਦੀ ਹੈਲਪ ਕੀਤੀ ਜਾਵੇ ਤੇ ਕਿੱਦਾਂ ਉਹਨਾਂ ਨੂੰ ਮਾਪਿਆਂ ਦੇ ਨਿੱਘ ਦੇ ਕੇ ਤੇ ਰਾਹਤ ਦਿੱਤੀ ਜਾਵੇ। ਔਰ ਉਹਨਾਂ ਨੂੰ ਤੰਗ ਕਰਦੇ ਆ ਬੱਚਿਆਂ ਨੂੰ ਵੀ ਤੁਸੀਂ ਜਾਓ, ਜੇ ਤੁਹਾਨੂੰ ਨਹੀਂ ਪੁੱਗਦਾ ਨਾ ਤੁਸੀਂ ਚਲੇ ਜਾਓ। ਸਮਰਾ ਸਾਹਿਬ ਬੈਠੇ ਆ, ਇਹਨਾਂ ਦੀ ਬੇਸਮੈਂਟ ਬਹੁਤ ਘੱਟ ਕਿਰਾਏ ਤੇ ਚੜੀ ਆ। ਇਹਨਾਂ ਨੂੰ ਕਈ ਲੋਕ ਕਹਿੰਦੇ ਆ ਵੀ ਤੁਸੀਂ ਕਿਰਾਇਆ ਵਧਾਓ। ਅਸੀਂ ਬੇਸਮੈਂਟ 1000 ਰੁਪਏ ਤੇ ਵਿਦ ਮਤਲਬ ਹਤਰਾਈ ਮਤਲਬ ਮਸ਼ੀਨਾਂ ਵਾਲੀ ਜਿਹੜੀ, ਸਾਨੂੰ ਕਈ ਕਹਿੰਦੇ ਆ ਵੀ ਕਿਰਾਇਆ ਵਧਾਓ। ਅਸੀਂ ਕਿਹਾ ਬੱਚੇ ਆ, ਅਸੀਂ ਵੀ ਜਦੋਂ ਆਏ ਸੀ ਅਸੀਂ ਵੀ ਇਸ ਹਾਲਾਤ 'ਚੋਂ ਗੁਜ਼ਰੇ ਆ। ਸੋ ਇੱਕ ਤਾਂ ਮੇਰੀ ਇਹ ਬੇਨਤੀ ਆ ਵੀ ਜਿਹੜਾ ਤੁਹਾਡੇ ਕੋਲ ਲਾਗੇ ਆਂਢ ਗੁਆਂਢ ਵੀ ਇਦਾਂ ਦੀ ਹਾਲਤ ਵਿੱਚ ਕੋਈ ਬੱਚੇ ਰਹਿ ਰਹੇ ਆ, ਜੇ ਉਹਨਾਂ ਦੇ ਮਾਲਕ ਨੂੰ ਸਮਝਾਉਣ ਦਾ ਯਤਨ ਕਰੋ। ਜੇ ਇੱਕ ਮਾਲਕ ਨੂੰ ਵੀ ਸਮਝਾ ਲਓ ਤੁਸੀਂ ਤੇ ਉਹ ਵੀ ਇੱਕ ਮਤਲਬ ਯੋਗਦਾਨ ਹੋਏਗਾ। ਜਿੱਥੋਂ ਦੀ ਪਹਿਲੀਆਂ 3 ਗੱਲਾਂ ਦਾ ਸਵਾਲ ਆ, ਇੱਕ ਤਾਂ ਮਾਪਿਆਂ ਦੀ ਜਿਹੜੀ ਬੱਚਿਆਂ ਪ੍ਰਤੀ ਪਹੁੰਚ ਆ, ਉਹ ਮੇਰੇ ਦਿਮਾਗ 'ਚ ਤਾਂ ਸਦਾ ਹੀ ਰਹਿੰਦੀ। ਅਸੀਂ ਉਹ ਮੀਟਿੰਗ 'ਚ ਵੀ ਗੱਲ ਕੀਤੀ ਸੀ ਵੀ ਬੱਚੇ ਨੂੰ ਰਿਸ਼ਤਾ ਚਾਹੀਦਾ ਤੇ ਡਾਲਰਾਂ ਦੀ ਦੌੜ ਵਿੱਚ ਰਿਸ਼ਤੇ ਜਿਹੜੇ ਆ ਉਹ ਅਸੀਂ ਖਤਮ ਕਰਤੇ। ਮੈਂ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦਾ ਜਿੱਥੇ ਦਾਦਾ ਦਾਦੀ ਆ, ਨਾਨਾ ਨਾਨੀ ਆ, ਉੱਥੇ ਰਿਸ਼ਤਾ ਮਿਲਦਾ ਆ। ਜਿੱਥੇ ਮੀਆਂ ਬੀਵੀ ਆ ਤੇ ਬੱਚੇ ਨੂੰ ਮਤਲਬ ਸੰਭਾਲਦੇ ਨਹੀਂ। ਹਾਂ, ਕਿਤੇ ਕਿਤੇ ਹੈਗਾ ਪਰਿਵਾਰਾਂ ਵਿੱਚ ਵੀ ਇੱਕ ਜੀ ਕੰਮ ਕਰਦਾ ਹੈ ਤੇ ਇੱਕ ਜਿਹੜਾ ਬੱਚਿਆਂ ਨੂੰ ਸੰਭਾਲਦਾ, ਉੱਥੇ ਬਚਾਅ ਹੁੰਦਾ ਆ। ਦੂਸਰੀ ਗੱਲ ਮਤਲਬ ਪਹਿਲੀ ਗੱਲ ਤਾਂ ਹੋ ਗਈ ਵੀ ਰਿਸ਼ਤਾ ਦਿਓ ਬੱਚੇ ਨੂੰ, ਮਤਲਬ ਆਪਣੇ ਨਾਲ ਇਸ ਢੰਗ ਨਾਲ ਵੀ ਉਹਨਾਂ ਨੂੰ ਇਹ ਹੋਵੇ ਅਹਿਸਾਸ ਵੀ ਮੇਰਾ ਹੈਗਾ ਕੋਈ। ਦੂਸਰੀ ਗੱਲ ਵੀ ਜਿਹੜਾ ਸਾਡਾ ਪਰਿਵਾਰਕ ਕਲੇਸ਼ ਦੀ ਗੱਲ ਆ, ਮੈਨੂੰ ਚੇਤਾ 2010 ਦੀ ਗੱਲ ਆ, ਗੁੱਟਨ ਲਾਇਬ੍ਰੇਰੀ ਵਿੱਚ ਇੱਕ ਇੱਦਾਂ ਦਾ ਸਮੇਲਨ ਰੱਖਿਆ ਤੇ ਸਾਡੇ ਪੰਜਾਬੀ ਦੇ ਜਿਹੜੇ ਇੱਥੇ ਲੇਖਕ ਆ ਤੇ ਪ੍ਰਮੁੱਖ ਬੁਲਾਰੇ, ਉਹਨਾਂ ਦੇ ਮੈਂ ਨਾਂ ਤਾਂ ਨਹੀਂ ਲਵਾਂਗਾ, ਉਹਨਾਂ ਮੋਹਰੇ ਰੱਖਿਆ ਏਜੰਡਾ ਵੀ ਤੁਹਾਡੇ ਔਰਤ ਤੇ ਬੜਾ ਤਸ਼ੱਦਦ ਹੋ ਰਿਹਾ। ਪੰਜਾਬੀ ਜਿਹੜੇ ਆ ਔਰਤਾਂ ਤੇ ਬੜਾ ਤਸ਼ੱਦਦ ਕਰਦੇ ਆ ਤੇ ਸਾਡੇ ਜਿੰਨੇ ਬੁਲਾਰੇ ਬੋਲੇ ਉਹਨਾਂ ਨੇ ਕਿਹਾ ਨਹੀਂ ਜੀ, ਇਹ ਜਿਹੜਾ ਇੰਗਲਿਸ਼ ਮੀਡੀਆ ਆ ਇਹ ਤਾਂ ਜੀ ਵਧਾ ਚੜਾ ਕੇ ਗੱਲ ਦੱਸਦਾ, ਸਾਡੀ ਜੀ ਬਦਨਾਮੀ ਕਰਦੇ ਆ। ਅਸੀਂ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਜੀ, ਅਸੀਂ ਤਾਂ ਕਿਤੇ ਜਨਾਨੀ ਨੂੰ ਆਪਣੀ ਬਹੁਤ ਸਤਿਕਾਰ ਦਿੰਦੇ ਆ। ਤੇ ਮੇਰੀ ਥੋੜੀ ਜਿਹੀ ਮੁਸ਼ਕਲ ਸੀ, ਮੈਂ ਉੱਠ ਕੇ ਕਿਹਾ ਵੀ ਮੈਂ ਇੰਗਲਿਸ਼ ਵਿੱਚ ਤਾਂ ਨਹੀਂ ਬੋਲ ਸਕਦਾ, ਵੀ ਜੇ ਕੋਈ ਉੱਥਾ ਕਰ ਦੇਵੇ। ਇੱਕ ਉੱਠਿਆ ਵੀ ਮੈਂ ਕਰਾਂਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਬਿਮਾਰੀ ਨਹੀਂ ਸਮਝੋਗੇ, ਜੇ ਤੁਸੀਂ ਕਹਿੰਦੇ ਆ ਵੀ ਮੈਂ ਤਾਂ ਬਿਮਾਰ ਹੀ ਨਹੀਂ ਤੇ ਇਲਾਜ ਕਾਹਦਾ, ਤੁਸੀਂ ਤਾਂ ਕਹਿੰਦੇ ਸਾਡੇ ਹੈ ਹੀ ਨਹੀਂ ਇਹ ਵਿਪਤਾ ਹੈ। ਵੀ ਬਾਬੇ ਨਾਨਕ ਨੂੰ ਕਹਿਣਾ ਪਿਆ ਭੰਡ ਜੰਮੀਏ ਭੰਡ ਨਿਮੀਏ, ਤਾਂ ਉਹ ਸ਼ਬਦ ਪੜ੍ਹੋ ਪੂਰਾ, ਇਹਦਾ ਮਤਲਬ ਉਸ ਵੇਲੇ ਵਿਪਤਾ ਸੀਗੀ। ਫਿਰ ਸਿੰਘ ਸਭਾ ਲਹਿਰ ਮੌਕੇ ਫਿਰ ਇਹ ਗੱਲ ਆਈ, ਜਿਹੜੀਆਂ ਦੂਸਰੀਆਂ ਮਤਲਬ ਸਿੰਘ ਸਭਾ ਦੀਆਂ ਮਤਲਬ ਸੀਗੀਆਂ ਏਜੰਡਾ, ਉਹਦੇ ਵਿੱਚ ਇੱਕ ਏਜੰਡਾ ਮੁੱਖ ਵੀ ਸੀ ਵੀ ਕੁੜੀਆਂ ਨਾ ਮਾਰੋ ਯਾਰ। ਬਹੁਤ ਸਾਰੇ ਪਿੰਡਾਂ 'ਚ ਕਹਿੰਦੇ ਬਰਾਤ ਹੀ ਨਹੀਂ ਟੁੱਕਦੀ ਹੁੰਦੀ ਸੀ, ਕਹਿੰਦੇ ਵੀ
ਪਿੰਡ 'ਚ ਕੋਈ ਜਿਹੜੀ ਇਹਨੂੰ ਦਾਈ ਕਹਿੰਦੇ ਬੇਬੇ ਜਾਂ ਬੱਬੂ, ਉਹ ਬੱਚੇ ਦੇ ਜਨਮ ਮੌਕੇ ਦੇਖਦੀ ਸੀ ਵੀ ਜੇ ਤਾਂ ਕੁੜੀ ਆ ਤੇ ਗਲ ਘੁੱਟ ਦੇਣਾ, ਚੀਕ ਨਹੀਂ ਨਿਕਲਣ ਦੇਣੀ, ਕਹਿਣਾ ਮਰਿਆ ਜੰਮਿਆ ਬੱਚਾ, ਤੇ ਜੇ ਮੁੰਡਾ ਆ ਤੇ ਵਧਾਈਆਂ ਦੇ ਦੇਣੀਆਂ। ਪ੍ਰੋਬਲਮ ਸੀਗੀ, ਪ੍ਰੋਬਲਮ ਹੁਣ ਵੀ ਆ। ਪ੍ਰੋਬਲਮ ਹੁਣ ਇੰਨੀ ਵੱਡੀ ਪ੍ਰੋਬਲਮ ਆ ਵੀ ਕੀ ਮਿੰਨੀ ਸ਼ਾਂ ਦਾ ਮਤਲਬ ਨੰਨੀ ਸ਼ਾਹ ਦਾ ਨਾਰਾ ਦੇਣਾ ਪਿਆ, ਇਹਦਾ ਮਤਲਬ ਵਿਪਤਾ ਹੈ। ਫੇਰ ਜੀ ਉਹਨਾਂ ਨੂੰ ਉੱਠ ਕੇ ਇੱਕ ਬੁਲਾਰੇ ਨੂੰ ਕਹਿਣਾ ਪਿਆ ਵੀ ਸਾਨੂੰ ਹੈ ਨਾ ਗੱਲਾਂ ਦਾ ਪਤਾ ਨਹੀਂ ਸੀ, ਵੀ ਇਹ ਚੰਗਾ ਹੋਇਆ ਦੱਸਦੀਆਂ। ਹੁਣ ਤੀਸਰੀ ਗੱਲ ਡਰੱਗ ਬਾਰੇ ਆਈ, ਮੈਂ ਮੀਟਿੰਗ ਵਿੱਚ ਵੀ ਗੱਲ ਕੀਤੀ ਸੀ ਵੀ ਇਹਦਾ ਜਿਹੜਾ ਮਤਲਬ ਸਭ ਤੋਂ ਵੱਡੀ ਗੱਲ ਆ ਉਹ ਤਾਂ ਹੈ ਰਿਸ਼ਤਾ, ਤੇ ਉਦੋਂ ਵੱਡੀ ਗੱਲ ਆ ਪ੍ਰਚਾਰ। ਹੁਣ ਪ੍ਰਚਾਰ ਕਿਵੇਂ ਹੋਵੇ? ਡਰੱਗ ਵਾਲੇ ਜਿਹੜੇ ਆ ਉਹ ਤਾਂ ਸਾਡੇ ਨਾਲ ਸਹਿਮਤ ਨਹੀਂ ਹੋਣਗੇ, ਕਿਉਂਕਿ ਅੰਤਰਰਾਸ਼ਟਰੀ ਪ੍ਰੋਬਲਮ ਆ। ਕਈ ਦੇਸ਼ਾਂ 'ਚ ਇਦਾਂ ਆ ਵੀ ਡਰੱਗ ਵਾਲਿਆਂ ਦੀ ਬਰਾਬਰ ਸਰਕਾਰ ਚੱਲਦੀ ਆ। ਮੈਕਸੀਕੋ ਦਾ ਇਤਿਹਾਸ ਪੜ੍ਹੋ, ਉਹਨਾਂ ਕੋਲ ਆਪਣੇ ਹਵਾਈ ਜਹਾਜ਼ ਵੀ ਆ, ਹੈਲੀਕਾਪਟਰ ਵੀ ਆ। ਨਿਊਜ਼ਪੇਪਰ ਉਹਦਾ ਨਾਮ ਹੈਗਾ ਦ ਥਾਈ, ਤੇ ਉਹਨਾਂ ਨੇ ਪਿਛਲੇ ਹਫਤੇ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਇੱਕ ਕੱਢੀ ਸੀਗੀ ਨਿਊਜ਼ ਆਰਟੀਕਲ, ਤੇ ਉਹਨਾਂ ਨੇ ਇਹ ਦੱਸਣਾ ਚਾਹਿਆ ਸੀ ਵੀ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਦੋ ਚੀਜ਼ਾਂ ਉਹਨਾਂ ਨੇ ਜਿੱਦਾਂ ਉਹਦੇ ਜਿਵੇਂ ਆਪਾਂ ਕੀ ਕਹਿੰਦੇ ਆ ਮੋਨੂਮੈਂਟ, ਕੀ ਕਹਿੰਦੇ ਆ ਮੋਨੂਮੈਂਟ ਬਣਾਏ ਆ। ਇੱਕ ਹੈਗਾ ਉਹਨਾਂ ਦੇ ਪਿੰਡ ਦੇ ਵਿੱਚ ਜਿੱਥੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ, ਉਹ ਉੱਥੇ ਉਹਨਾਂ ਨੇ ਇੱਕ ਵਾਟਰ ਪੰਪ ਬਣਾਇਆ, ਉਹ ਤਾਂ ਪਹਿਲਾਂ ਦਾ ਬਣਾਇਆ ਗਿਆ ਸੀ। ਹੁਣ ਇਸ ਮਹੀਨੇ ਉਹਨਾਂ ਨੇ ਹਾਈਵੇ 18 ਦੇ ਵਿੱਚ, ਜਿਹੜਾ ਵੈਨਕੂਵਰ ਆਈਲੈਂਡ ਦੇ ਵਿੱਚ ਹਾਈਵੇ 18 ਆ, ਲੇਕ ਕਾਵਚਿਨ ਦੇ ਵਿੱਚ, ਉਹਨਾਂ ਨੇ ਉੱਥੇ ਇੱਕ ਪਲੈਕ ਬਣਾਈ ਹੈ ਦਰਸ਼ਨ ਸਿੰਘ ਕੈਨੇਡੀਅਨ ਦੀ। सो ये इस पिछले महीने ही हुआ है, या उसके फैमिली में डिस्कॉर्ड होता है, किसी तरह का टेंशन होता है। इस पर मैं पूरे डिटेल में बात करूंगा। और ये पिछले 30-40 सालों में मिनिस्ट्री का रोल, सोशल वर्कर्स, चाइल्ड प्रोटेक्शन ऑफिसर्स का रोल बहुत ज़्यादा बदल गया है, अप्रोच बदल गया है। और खासकर की ट्रूथ एंड रिकन्सिलिएशन कमीशन के आने के बाद रेजिडेंशियल स्कूल्स में जो हुआ था यहाँ के इंडिजिनस लोगों के बच्चों के साथ, और आज भी 2 दिन पहले की जो खबर आई है जहाँ डेटा के साथ बताया गया है कि कितने सारे बच्चे जो हमेशा के लिए गायब हो गए, उनके नाम, उनके बारे में प्रूफ्स निकल कर आए। और ये जो सब कुछ हुआ, और मैं ये जो सब कुछ बता रहा हूँ उसका लिंक भी है, मैं वो सब बताऊंगा। ये जो सब कुछ हुआ वो ब्रिटिश हुकूमत ने की थी, यहाँ पर कॉलोनियलिस्ट ने की थी, साम्राज्यवादी लोगों ने की थी। और हम एक ऐसे ही देश से आते हैं जहाँ पर साम्राज्यवादियों का शासन था, जहाँ ब्रिटिश हुकूमत ने राज किया था। हम जो प्रॉब्लम झेलते हैं एज अ कम्युनिटी और यहाँ के जो इंडिजिनस पीपल झेल रहे हैं, उसमें कोई फ़र्क नहीं है। बस इतना फ़र्क है कि उन्हें चेतना जल्दी मिल गई क्योंकि वो वेस्टर्न वर्ल्ड में थे और हम एक थर्ड वर्ल्ड कंट्री का हिस्सा है, इसलिए हमें आज भी वो चेतना नहीं है और हम उसके लिए लड़ते हुए नज़र भी नहीं आ रहे। क्योंकि हमारी दौड़ आज 1930 पर ही पहुंची हुई है, जहां यहाँ हम सिर्फ पैसे कमाने आते हैं, जहां सिर्फ और सिर्फ पैसे कमाने आते हैं। अब मैं शुरू करता हूं ओपियोइड शब्द से। ओपियोइड शब्द का क्या मतलब है? ओपियोइड बेसिकली ओपियोइड रिसेप्टर, ये बायोलॉजी का टर्म है। हमारे बॉडी सेल्स से बनी हुई है। एक सेल से दूसरा सेल जब कनेक्ट होता है तो उसके बीच में कुछ प्रोटीन होते हैं जो एक सेल से दूसरे सेल इंफॉर्मेशन भेजते हैं। मतलब ये हुआ, ये उसने आगे को बताया, वो आगे को बताया, ये हमारी पूरी बॉडी है। इसके बीच की जो प्रोटीन है उसमें ओपियोइड रिसेप्टर होते हैं जो इंफॉर्मेशन आगे भेजते हैं। इस रिसेप्टर को जो भी दवाई नंब कर देता है, इंफॉर्मेशन भेजने को या तो डिले कर देता है, स्लो कर देता है, वो दवाइयाँ ओपियोइड रिसेप्टर्स होती हैं। मॉर्फिन एग्जाम्पल है ओपियोइड रिसेप्टर का। आपको पेन होता है, टाइलेनॉल लेते हो आप, इट्स अ फॉर्म ऑफ एन ओपियोइड। वो आपके दर्द को कम नहीं करता है, वो ब्रेन को सिर्फ इतना बताता है कि दर्द नहीं महसूस करो। दर्द तब भी होता है आपको जब ये दवाई का ओवरडोज आप करते हैं,
तो वो ओपियोइड ओवरडोज के नाम से मशहूर है। लेकिन आज के समय में ऐसे बहुत सारे केमिकल ड्रग्स हैं जो ओपियोइड से भी ज़्यादा खतरनाक हैं, लेकिन इस लार्जर टर्म को ओपियोइड कहा जाता है और ओपियोइड क्राइसिस कहते हैं। मैं तो सुनकर दंग रह गया कि तुमने एक एसोसिएशन भी बना ली। वो की करे प्रावा 25 लाख रुपए लगाए थे, हो गई जिंदगी बर्बाद। लड़की प्रेग्नेंट हो गई क्योंकि आप तो जी दुबई गए थे अपना हनीमून मनाने के लिए, बच्चा यहां पैदा हो गया। बच्चा तो एक बाप अलग ही है पहले से ही, बच्चे को कभी भी दोनों पेरेंट्स नहीं मिल पाए। बाकी क्या है हमारी फैमिलीज में जिन्होंने 70-80 के दशकों में वो शादियां की थी, पूरा डिस्कॉर्ड है। हस्बैंड वाइफ अपने अपने पैरेलल रिलेशनशिप्स की दुनिया में चल रहे हैं और बच्चे खुले हैं जी। बच्चे हमसे कनेक्ट ही नहीं करते। मैं रेक सेंटर जाता हूँ, कभी गिलफर्ड कभी कहीं, कई बूढ़े हमारे मिल जाते हैं, रो रहे होते हैं, हमने कंधों पे बिठा के बच्चों को लाया था यहाँ पर, बीवी तो बात ही नहीं सुनती, बच्चे तो मेरे रहे ही नहीं। ये प्रॉब्लम हम में है, रेजोल्यूशन भी वहीं से शुरू होगा। मैं बस इतना उम्मीद करूंगा कि हम जब आज वापस जाएं, और इसमें मैं भी खुद शामिल हूं कि मैं भी इसी कम्युनिटी का हिस्सा हूं, हम इन सारी बातों को सोचें। कभी भी देर नहीं होती, लास्ट समय में भी देर नहीं होती। अगर हम बैठ के अपने घर वालों के साथ, अपने बच्चों के साथ, अपने बच्चों के बच्चों के साथ ये बात कर सकते हैं, बोल सकते हैं, तो हम इस प्रॉब्लम का सॉल्यूशन कर सकते हैं। अगर हमने लीपापोती करनी है, अगर हमने सिर्फ ओपियोइड क्राइसिस को डील करना है, तो फिर आप किसी भी फार्मेसी चले जाइए। ये कनाडा सरकार आपको ये इजाजत देती है कि आप नैक्सोलॉन ट्रेनिंग ले सकते हैं 10 मिनट के अंदर। आपको दूसरे ओपियोइड की ट्रेनिंग्स मिल जाएगी, आपका फर्स्ट एड इमरजेंसी की ट्रेनिंग मिल जाएगी। किसी भी सड़क पे गिरा आदमी जो है उसको आप वो डोज देकर उनकी जान बचा सकते हैं। लेकिन अगर आप इस प्रॉब्लम को रूट से रिजॉल्व करना चाहते हैं तो आपको ट्रॉमा को एड्रेस करना पड़ेगा।